ਪਿਆਰੇ ਵਿਦਿਆਰਥੀਓ, ਇਸ ਕੁਐਸਚਨ ਵਿੱਚ ਅਸੀਂ ਚਰਚਾ ਕਰਾਂਗੇ ਕਿ ਪ੍ਰਸਤਾਵਨਾ ਕੀ ਹੁੰਦੀ ਹੈ ਅਤੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਭਾਰਤੀ ਸੰਵਿਧਾਨ ਸੰਬੰਧੀ ਕੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹਾਂ ਕਿ ਪ੍ਰਸਤਾਵਨਾ ਕੀ ਹੁੰਦੀ ਹੈ। ਪ੍ਰਸਤਾਵਨਾ ਕਿਸੇ ਸੰਧੀ, ਸਮਝੌਤੇ, ਕਿਸੇ ਕਾਨੂੰਨ ਜਾਂ ਕਿਸੇ ਸੰਵਿਧਾਨ ਦੇ ਆਰੰਭ ਵਿੱਚ ਲੱਗੀ ਹੁੰਦੀ ਹੈ। ਪ੍ਰਸਤਾਵਨਾ ਸਾਨੂੰ ਦੱਸਦੀ ਹੈ ਕਿ ਇਸ ਸੰਧੀ, ਸਮਝੌਤੇ ਜਾਂ ਸੰਵਿਧਾਨ ਦਾ ਉਦੇਸ਼ ਕੀ ਹੈ, ਇਸ ਦੇ ਆਦਰਸ਼ ਕੀ ਹਨ। ਦੁਨੀਆ ਦਾ ਜੋ ਪਹਿਲਾ ਲਿਖਤੀ ਸੰਵਿਧਾਨ ਮੰਨਿਆ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ, ਉਸ ਸੰਵਿਧਾਨ ਨੂੰ ਬਣਾਉਣ ਵੇਲੇ ਤੋਂ ਹੀ ਸੰਵਿਧਾਨ ਅੱਗੇ ਪ੍ਰਸਤਾਵਨਾ ਲਾਉਣ ਦੀ ਪ੍ਰਥਾ ਆਰੰਭ ਹੋ ਗਈ ਸੀ। ਭਾਰਤੀ ਸੰਵਿਧਾਨ ਅੱਗੇ ਵੀ ਇੱਕ ਪ੍ਰਸਤਾਵਨਾ ਲੱਗੀ ਹੈ। ਸੰਵਿਧਾਨ ਦਾ ਆਰੰਭ ਪ੍ਰਸਤਾਵਨਾ ਨਾਲ ਹੁੰਦਾ ਹੈ, ਜਿਸ ਵਿੱਚ ਲਿਖਿਆ ਹੈ, ਅਸੀਂ ਭਾਰਤ ਦੇ ਲੋਕ ਦ੍ਰਿੜ ਸੰਕਲਪ ਹੋ ਕੇ ਭਾਰਤ ਨੂੰ ਇੱਕ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਇਸ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਸੋਚਣ ਵਿਚਾਰਾਂ ਦੇ ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਪੂਜਾ ਦੀ ਸੁਤੰਤਰਤਾ, ਰੁਤਬੇ ਅਤੇ ਮੌਕਿਆਂ ਦੀ ਸਮਾਨਤਾ ਨੂੰ ਪ੍ਰਾਪਤ ਕਰਵਾਉਣ ਲਈ ਅਤੇ ਉਹਨਾਂ ਸਾਰਿਆਂ ਵਿੱਚ ਵਿਅਕਤੀਗਤ ਗੌਰਵ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਾਲੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸੰਵਿਧਾਨ ਸਭਾ ਵਿੱਚ ਅੱਜ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਗ੍ਰਹਿਣ, ਅਧਿਨਿਯਮਤ ਅਤੇ ਆਤਮ ਸਮਰਪਿਤ ਕਰਦੇ ਹਾਂ। ਇਹ ਪ੍ਰਸਤਾਵਨਾ ਸਾਡੇ ਸੰਵਿਧਾਨ ਦੇ ਆਰੰਭ ਵਿੱਚ ਲੱਗੀ ਹੋਈ ਹੈ। ਇਸ ਸਕਰੀਨ ਤੇ ਜੋ ਸ਼ਬਦ ਲਾਲ ਰੰਗ ਨਾਲ ਦਿਖਾਏ ਗਏ ਹਨ, ਉਹ ਸ਼ਬਦ ਬਾਅਦ ਵਿੱਚ 42ਵੀਂ ਸੰਵਿਧਾਨਕ ਸੋਧ ਨਾਲ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ। ਪ੍ਰਸਤਾਵਨਾ ਨੂੰ ਪੜ੍ਹਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਸਤਾਵਨਾ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈ, ਪ੍ਰਸਤਾਵਨਾ ਦੱਸਦੀ ਹੈ ਕਿ ਸੰਵਿਧਾਨਕ ਸ਼ਕਤੀ ਦਾ ਸੋਮਾ ਕੌਣ ਹੈ ਭਾਰਤ ਵਿੱਚ। ਦੂਸਰਾ, ਸਾਨੂੰ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ ਕਿ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਕਿਹੋ ਜਿਹਾ ਹੋਵੇਗਾ ਸੰਵਿਧਾਨ ਦੇ ਅਧੀਨ। ਤੀਸਰਾ, ਸਾਨੂੰ ਪਤਾ ਲੱਗਦਾ ਹੈ ਸੰਵਿਧਾਨ ਦੇ ਉਦੇਸ਼ ਕੀ ਹਨ ਅਤੇ ਚੌਥਾ, ਸਾਨੂੰ ਪਤਾ ਲੱਗਦਾ ਹੈ ਸੰਵਿਧਾਨ ਨੂੰ ਗ੍ਰਹਿਣ ਕਰਨ ਦੀ ਮਿਤੀ ਕਿਹੜੀ ਹੈ। ਇਹਨਾਂ ਚਾਰਾਂ ਹੀ ਚੀਜ਼ਾਂ ਬਾਰੇ ਪ੍ਰਸਤਾਵਨਾ ਵਿੱਚ ਦੱਸਿਆ ਗਿਆ ਹੈ। ਇਹਨਾਂ ਨੂੰ ਅਸੀਂ ਹੁਣ ਇਕੱਲੇ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾ ਹੈ ਸੰਵਿਧਾਨਕ ਸ਼ਕਤੀ ਦਾ ਸੋਮਾ। ਪ੍ਰਸਤਾਵਨਾ ਦਾ ਆਰੰਭ ਹੁੰਦਾ ਹੈ ਇਹਨਾਂ ਸ਼ਬਦਾਂ ਨਾਲ, ਅਸੀਂ ਭਾਰਤ ਦੇ ਲੋਕ। ਇਹ ਜੋ ਸ਼ਬਦ ਨੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਭਾਰਤ ਵਿੱਚ ਸੰਵਿਧਾਨਕ ਸ਼ਕਤੀ ਦਾ ਸੋਮਾ ਭਾਰਤ ਦੇ ਲੋਕ ਹਨ। ਅਤੇ ਅਖੀਰ ਦੀਆਂ ਜੋ ਸਤਰਾਂ ਨੇ ਪ੍ਰਸਤਾਵਨਾ ਦੀਆਂ, ਉਹ ਕਹਿੰਦੀਆਂ ਨੇ ਕਿ ਇਸ ਸੰਵਿਧਾਨ ਨੂੰ ਗ੍ਰਹਿਣ, ਅਧਿਨਿਯਮਤ ਅਤੇ ਆਤਮ ਸਮਰਪਿਤ ਕਰਦੇ ਹਾਂ। ਇਹ ਸਤਰਾਂ ਵੀ ਇਸ ਗੱਲ ਦਾ ਇਸ਼ਾਰਾ ਕਰਦੀਆਂ ਹਨ ਕਿ ਭਾਰਤੀ ਸੰਵਿਧਾਨ ਦਾ ਨਿਰਮਾਣ ਭਾਰਤ ਦੇ ਲੋਕਾਂ ਨੇ ਆਪ ਕੀਤਾ ਹੈ ਅਤੇ ਆਪਣੇ ਆਪ ਨੂੰ ਸੰਵਿਧਾਨ ਦੇ ਸਪੁਰਦ ਕੀਤਾ ਹੈ, ਆਪਣੇ ਆਪ ਹੀ ਇਸ ਸੰਵਿਧਾਨ ਨੂੰ ਆਪਣੇ ਉੱਪਰ ਲਾਗੂ ਕੀਤਾ ਹੈ। ਇਸ ਤਰ੍ਹਾਂ ਸਭ ਤੋਂ ਮਹੱਤਵਪੂਰਨ ਗੱਲ ਜੋ ਪ੍ਰਸਤਾਵਨਾ ਬਾਰੇ ਕਹੀ ਜਾ ਸਕਦੀ ਹੈ, ਸਾਨੂੰ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਸੰਵਿਧਾਨਕ ਸ਼ਕਤੀ ਦਾ ਸੋਮਾ ਕੌਣ ਹੈ। ਪ੍ਰਸਤਾਵਨਾ ਅਨੁਸਾਰ ਸੰਵਿਧਾਨਕ ਸ਼ਕਤੀ ਦਾ ਸੋਮਾ ਭਾਰਤ ਦੇ ਲੋਕ ਹਨ। ਦੂਸਰਾ, ਸਾਨੂੰ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਕਿਹੋ ਜਿਹਾ ਹੋਵੇਗਾ ਸੰਵਿਧਾਨ ਦੇ ਅਧੀਨ। ਸਭ ਤੋਂ ਪਹਿਲਾਂ 5 ਸ਼ਬਦ ਵਰਤੇ ਗਏ ਹਨ ਰਾਜਨੀਤਿਕ ਪ੍ਰਣਾਲੀ ਦੇ ਸਰੂਪ ਸੰਬੰਧੀ। ਸਭ ਤੋਂ ਪਹਿਲਾ ਸ਼ਬਦ ਹੈ ਸੋਵਰਨ, ਪ੍ਰਭੂ ਸੱਤਾ ਸੰਪੰਨ। ਪ੍ਰਸਤਾਵਨਾ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਅਸੀਂ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਬਣਾਉਣ ਵੱਲ ਜਾ ਰਹੇ ਹਾਂ। ਸੰਵਿਧਾਨ ਨਾਲ ਪ੍ਰਭੂ ਸੱਤਾ ਸੰਪੰਨ ਰਾਜ ਬਣਾਉਣਾ ਚਾਹੁੰਦੇ ਹਾਂ। ਬੇਸ਼ੱਕ ਸਾਡੀ ਜੋ ਸੰਵਿਧਾਨ ਸਭਾ ਹੈ, ਉਹ ਅੰਗਰੇਜ਼ਾਂ ਦੁਆਰਾ ਜੋ ਮੰਤਰੀ ਮੰਡਲ ਯੋਜਨਾ ਸਾਨੂੰ ਆਫਰ ਕੀਤੀ ਗਈ ਸੀ, ਉਸ ਦੇ ਅਧੀਨ ਬਣੀ ਸੀ ਅਤੇ ਅੰਗਰੇਜ਼ਾਂ ਦੁਆਰਾ ਬਣਾਏ ਕੁਝ ਕਾਨੂੰਨਾਂ ਦੇ ਅਧੀਨ ਉਸ ਨੇ ਕੰਮ ਕਰਨਾ ਸੀ। ਪਰੰਤੂ ਭਾਰਤ ਦੀ ਸੁਤੰਤਰਤਾ ਤੋਂ ਬਾਅਦ 15 ਅਗਸਤ 1947 ਤੋਂ ਬਾਅਦ ਭਾਰਤ ਦੀ ਸੰਵਿਧਾਨ ਸਭਾ ਇੱਕ ਪ੍ਰਭੂ ਸੱਤਾਸ਼ਾਲੀ ਸੰਸਥਾ ਬਣ ਗਈ ਸੀ। ਇਸ ਲਈ ਕਿਸੇ ਬਾਹਰੀ ਸ਼ਕਤੀ ਦੇ ਅਧੀਨ ਨਹੀਂ ਸੀ। ਆਪਣੀ ਮਰਜ਼ੀ ਦੇ, ਆਪਣੀ ਇੱਛਾ ਦੇ ਸੰਵਿਧਾਨ ਦਾ ਇਸ ਨੇ ਨਿਰਮਾਣ ਕੀਤਾ ਹੈ। ਇਸ ਸੰਵਿਧਾਨ ਦੇ ਅਧੀਨ ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਦੇ ਤੌਰ 'ਤੇ ਸਾਹਮਣੇ ਆਇਆ ਹੈ ਦੁਨੀਆ ਦੀ। ਜਿਸ ਦਿਨ ਤੋਂ ਸਾਡਾ ਸੰਵਿਧਾਨ ਲਾਗੂ ਹੋਇਆ, ਉਸ ਦਿਨ ਤੋਂ ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਰਾਜ ਬਣ ਗਿਆ ਹੈ। ਭਾਵ ਕਿਸੇ ਬਾਹਰੀ ਸ਼ਕਤੀ ਦਾ ਭਾਰਤ ਦੇ ਅੰਦਰੂਨੀ ਕੰਮਾਂ ਵਿੱਚ, ਭਾਰਤ ਦੀ ਫੋਰਨ ਪਾਲਿਸੀ ਵਿੱਚ ਕਿਸੇ ਕਿਸਮ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੈ। ਭਾਰਤ ਕਿਸੇ ਅੰਤਰਰਾਸ਼ਟਰੀ ਸੰਧੀ ਸਮਝੌਤੇ ਦਾ ਜਾਂ ਕਿਸੇ ਅੰਤਰਰਾਸ਼ਟਰੀ
ਸੰਗਠਨ ਦਾ ਮੈਂਬਰ ਬਣਦਾ ਹੈ ਜਾਂ ਨਹੀਂ ਬਣਦਾ ਹੈ, ਜਾਂ ਕਿਸੇ ਦੀ ਮੈਂਬਰਸ਼ਿਪ ਛੱਡਦਾ ਹੈ, ਇਹ ਭਾਰਤ ਦੀ ਆਪਣੀ ਇੱਛਾ 'ਤੇ ਨਿਰਭਰ ਕਰਦਾ ਹੈ। ਦੂਸਰਾ ਸ਼ਬਦ ਹੈ ਸਮਾਜਵਾਦੀ ਰਾਜ। ਪ੍ਰਸਤਾਵਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਭਾਰਤ ਇੱਕ ਸਮਾਜਵਾਦੀ ਰਾਜ ਹੈ। ਸਮਾਜਵਾਦੀ ਸ਼ਬਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸੰਵਿਧਾਨਕ ਸੋਧ ਨਾਲ ਸ਼ਾਮਲ ਕੀਤਾ ਗਿਆ ਸੀ। ਸਮਾਜਵਾਦ ਦਾ ਅਰਥ ਇੱਥੇ ਇਹ ਨਹੀਂ ਹੈ ਕਿ ਜੋ ਵੀ ਉਤਪਾਦਨ ਦੇ ਸਾਧਨ ਨੇ, ਜੋ ਵੀ ਵੰਡ ਦੇ ਸਾਧਨ ਨੇ, ਉਹ ਪੂਰੇ ਦੇ ਪੂਰੇ ਸਰਕਾਰੀ ਖੇਤਰ ਵਿੱਚ ਹੀ ਹੋਣਗੇ। ਭਾਰਤ ਸੰਬੰਧੀ ਸਮਾਜਵਾਦ ਦਾ ਅਰਥ ਇਹ ਹੈ ਕਿ ਸਾਡੀ ਜੋ ਆਰਥਿਕ ਨੀਤੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੋਣਗੀਆਂ ਕਿ ਸਾਰੇ ਲੋਕਾਂ ਲਈ ਇੱਕ ਚੰਗੇ ਜੀਵਨ ਅਤੇ ਸਮਾਨਤਾ ਦੇ ਮੌਕੇ ਪ੍ਰਦਾਨ ਕਰਨ ਵਾਲੀਆਂ ਹੋਣ। ਉਹ ਇਸ ਤਰ੍ਹਾਂ ਦੀਆਂ ਨਾ ਹੋਣ ਜਿਹੜੀਆਂ ਸਾਡੇ ਰਾਸ਼ਟਰ ਦੇ ਸੋਮਿਆਂ ਨੂੰ, ਸਾਡੇ ਭਾਰਤ ਦੇ ਧਨ ਨੂੰ ਕੁਝ ਹੱਥਾਂ ਵਿੱਚ ਹੀ ਕੇਂਦਰਿਤ ਕਰਨ ਵਾਲੀਆਂ ਹੋਣ। ਰਾਜਨੀਤਿਕ ਪ੍ਰਣਾਲੀ ਦੇ ਸਰੂਪ ਸੰਬੰਧੀ ਤੀਸਰਾ ਸ਼ਬਦ ਹੈ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ। ਭਾਰਤ ਬਿਨਾਂ ਕਿਸੇ ਸ਼ੱਕ ਦੇ ਇੱਕ ਧਰਮ ਨਿਰਪੱਖ ਰਾਜ ਹੈ। ਭਾਵੇਂ ਸੰਵਿਧਾਨ ਦੇ ਬਣਨ ਤੋਂ ਹੀ ਭਾਰਤ ਇੱਕ ਧਰਮ ਨਿਰਪੱਖ ਰਾਜ ਰਿਹਾ ਹੈ, ਕਿਉਂਕਿ ਭਾਰਤ ਦਾ ਆਪਣਾ ਕੋਈ ਸਰਕਾਰੀ ਧਰਮ ਨਹੀਂ ਹੈ। ਭਾਰਤ ਲਈ ਕੋਈ ਧਰਮ ਵਿਸ਼ੇਸ਼ ਨਹੀਂ ਹੈ, ਦੂਸਰੇ ਧਰਮਾਂ ਤੋਂ ਉੱਪਰ ਨਹੀਂ ਹੈ, ਤੇ ਨਾ ਹੀ ਕਿਸੇ ਧਰਮ ਨਾਲ ਕੋਈ ਵਿਤਕਰਾ ਕੀਤਾ ਜਾਂਦਾ ਹੈ। ਪਰੰਤੂ ਫਿਰ ਵੀ ਇਸ ਚੀਜ਼ ਨੂੰ ਸਪਸ਼ਟ ਰੂਪ ਵਿੱਚ ਲੋਕਾਂ ਸਾਹਮਣੇ ਅਤੇ ਵਿਸ਼ਵ ਸਾਹਮਣੇ ਰੱਖਣ ਲਈ 42ਵੀਂ ਸੰਵਿਧਾਨਕ ਸੋਧ ਨਾਲ ਧਰਮ ਨਿਰਪੱਖ ਸ਼ਬਦ ਨੇ ਜੋ ਇਹ ਵੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅੰਕਿਤ ਕੀਤੇ ਗਏ ਸੀ। ਇਸ ਲਈ ਬਿਨਾਂ ਕਿਸੇ ਸ਼ੱਕ ਤੋਂ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ, ਸੈਕੂਲਰ ਸਟੇਟ ਹੈ। ਪ੍ਰਸਤਾਵਨਾ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੋਵੇਗਾ। ਭਾਰਤ ਦਾ ਸ਼ਾਸਨ ਪ੍ਰਬੰਧ ਲੋਕਤੰਤਰੀ ਹੋਵੇਗਾ। ਲੋਕਤੰਤਰ ਦਾ ਅਰਥ ਹੈ ਕਿ ਭਾਰਤ ਵਿੱਚ ਸਰਕਾਰ ਲੋਕਾਂ ਦੁਆਰਾ ਚੁਣੀ ਜਾਇਆ ਕਰੇਗੀ। ਭਾਰਤ ਦੇ ਵਿੱਚ ਸਰਕਾਰ ਇੱਕ ਨਿਸ਼ਚਿਤ ਸਮੇਂ ਲਈ ਕੰਮ ਕਰੇਗੀ। ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਏਗਾ। ਸਾਰੇ ਲੋਕਾਂ ਨੂੰ ਚੋਣ ਲੜਨ ਦਾ ਅਧਿਕਾਰ ਹੋਵੇਗਾ। ਕੋਈ ਵੀ ਵਿਅਕਤੀ ਆਪਣੀ ਰਾਜਨੀਤਿਕ ਪਾਰਟੀ ਬਣਾ ਸਕੇਗਾ ਅਤੇ ਕਿਸੇ ਰਾਜਨੀਤਿਕ ਪਾਰਟੀ ਦਾ ਭਾਰਤ ਵਿੱਚ ਕੋਈ ਵਿਸ਼ੇਸ਼ ਦਰਜਾ ਨਹੀਂ ਹੋਵੇਗਾ। ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਇੱਕ ਲੋਕਤੰਤਰੀ ਰਾਜ ਦਾ ਵਾਅਦਾ ਕਰਦੀ ਹੈ ਤੇ ਭਾਰਤ ਵਾਸਤਵ ਵਿੱਚ ਇੱਕ ਲੋਕਤੰਤਰੀ ਰਾਜ ਹੈ। ਪੰਜਵੀਂ ਵਿਸ਼ੇਸ਼ਤਾ ਜੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਸਾਨੂੰ ਦੱਸਦੀ ਹੈ ਰਾਜਨੀਤਿਕ ਪ੍ਰਣਾਲੀ ਬਾਰੇ, ਉਹ ਹੈ ਭਾਰਤ ਇੱਕ ਗਣਤੰਤਰ ਹੈ, ਗਣਰਾਜ ਹੈ ਜਾਂ ਰਿਪਬਲਿਕ ਹੈ। ਤੇ ਭਾਰਤ ਇੱਕ ਗਣਰਾਜ ਹੈ। ਗਣਰਾਜ ਅਸੀਂ ਕਿਸ ਰਾਜ ਨੂੰ ਕਹਿੰਦੇ ਹਾਂ? ਜਿਸ ਰਾਜ ਦੇ ਮੁਖੀ ਦਾ ਅਹੁਦਾ ਪੀੜ੍ਹੀ ਦਰ ਪੀੜ੍ਹੀ ਨਾ ਚੱਲਦਾ ਹੋਵੇ, ਜਿਸ ਰਾਜ ਦੇ ਮੁਖੀ ਦੀ ਚੋਣ ਉੱਥੋਂ ਦੇ ਲੋਕ ਕਰਦੇ ਹੋਣ। ਭਾਰਤ ਦਾ ਜੋ ਹੈੱਡ ਆਫ ਦੀ ਸਟੇਟ ਹੈ, ਰਾਜ ਦਾ ਮੁਖੀ ਹੈ, ਭਾਵ ਰਾਸ਼ਟਰਪਤੀ ਹੈ, ਉਸ ਦਾ ਅਹੁਦਾ ਕੋਈ ਬਰਤਾਨਵੀ ਮਹਾਰਾਣੀ ਵਾਂਗ ਜਾਂ ਪੁਰਾਣੇ ਸਮੇਂ ਦੇ ਰਾਜੇ ਮਹਾਰਾਜਿਆਂ ਵਾਂਗ ਜੱਦੀ ਪੁਸ਼ਤੀ ਨਹੀਂ ਹੈ, ਪੀੜ੍ਹੀ ਦਰ ਪੀੜ੍ਹੀ ਨਹੀਂ ਚੱਲਦਾ। ਰਾਸ਼ਟਰਪਤੀ ਦੀ ਚੋਣ ਭਾਰਤ ਦੇ ਲੋਕ ਅਸਿੱਧੇ ਤੌਰ 'ਤੇ ਆਪਣੇ ਵਿੱਚੋਂ ਕਰਦੇ ਹਨ। ਰਾਸ਼ਟਰਪਤੀ ਦੀ ਚੋਣ 5 ਸਾਲ ਦੇ ਨਿਸ਼ਚਿਤ ਸਮੇਂ ਲਈ ਕੀਤੀ ਜਾਂਦੀ ਹੈ ਤੇ 5 ਸਾਲ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਨਵੇਂ ਰਾਸ਼ਟਰਪਤੀ ਦੀ ਚੋਣ ਕਰ ਲਈ ਜਾਂਦੀ ਹੈ। ਇਸ ਤਰ੍ਹਾਂ ਭਾਰਤ ਵਿੱਚ ਜਿੱਥੇ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ, ਅਸੀਂ ਕਹਿੰਦੇ ਹਾਂ ਕਿ ਭਾਰਤ ਲੋਕਤੰਤਰ ਹੈ। ਤੇ ਨਾਲ ਹੀ ਭਾਰਤ ਦੇ ਵਿੱਚ ਭਾਰਤ ਦਾ ਮੁਖੀ ਜਿਹੜਾ ਕਿ ਰਾਸ਼ਟਰਪਤੀ ਹੈ, ਉਹ ਵੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਇਸ ਲਈ ਭਾਰਤ ਇੱਕ ਗਣਤੰਤਰ ਵੀ ਹੈ, ਗਣਰਾਜ ਵੀ ਹੈ, ਜੋ ਕਿ ਸਾਡੀ ਪ੍ਰਸਤਾਵਨਾ ਵਿੱਚ ਵੀ ਦਰਜ ਹੈ। ਪ੍ਰਸਤਾਵਨਾ ਦੀ ਪਹਿਲੀ ਵਿਸ਼ੇਸ਼ਤਾ ਅਸੀਂ ਡਿਸਕਸ ਕੀਤੀ ਹੈ ਕਿ ਪਹਿਲੀ ਵਿਸ਼ੇਸ਼ਤਾ ਹੈ ਕਿ ਸਾਨੂੰ ਪਤਾ ਲੱਗਦਾ ਹੈ ਕਿ ਸੰਵਿਧਾਨਕ ਸ਼ਕਤੀ ਦਾ ਸੋਮਾ ਕੌਣ ਹੈ, ਤੇ ਦੂਸਰਾ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਦਾ, ਸੰਵਿਧਾਨਕ ਪ੍ਰਣਾਲੀ ਦਾ ਸਰੂਪ ਕਿਹੋ ਜਿਹਾ ਹੈ। ਤੀਸਰਾ ਸਾਨੂੰ ਉਸ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਰਾਜਨੀਤਿਕ ਪ੍ਰਣਾਲੀ ਦੇ ਉਦੇਸ਼ ਕੀ ਹਨ, ਆਬਜੈਕਟਿਵਸ ਕੀ ਹਨ। ਸਭ ਤੋਂ ਪਹਿਲਾ ਉਦੇਸ਼ ਹੈ ਨਿਆਂ। ਭਾਰਤੀ ਸੰਵਿਧਾਨ ਸਾਰੇ ਲੋਕਾਂ ਲਈ ਨਿਆਂ ਦਾ ਵਾਅਦਾ ਕਰਦਾ ਹੈ ਕਿ ਸਾਰੇ ਲੋਕਾਂ ਨਾਲ ਇਨਸਾਫ ਕੀਤਾ ਜਾਵੇਗਾ। ਕਿਸ ਤਰ੍ਹਾਂ ਦਾ ਇਨਸਾਫ ਕੀਤਾ ਜਾਵੇਗਾ? 3 ਤਰ੍ਹਾਂ ਦਾ ਇਨਸਾਫ ਕੀਤੇ ਜਾਣ ਦਾ, 3 ਤਰ੍ਹਾਂ ਦਾ ਨਿਆਂ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਹੈ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ। ਸਮਾਜਿਕ ਨਿਆਂ ਭਾਵ ਸਮਾਜਿਕ ਤੌਰ 'ਤੇ ਸਾਰੇ ਲੋਕ ਆਪਸ ਵਿੱਚ ਸਮਾਨ ਹੋਣਗੇ। ਰੰਗ, ਨਸਲ, ਵੰਸ਼, ਜਾਤੀ ਆਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਦੂਸਰਾ ਪ੍ਰਸਤਾਵਨਾ ਵਾਅਦਾ ਕਰਦੀ ਹੈ ਕਿ ਭਾਰਤ ਵਿੱਚ ਸਾਰੇ ਲੋਕਾਂ ਨੂੰ ਆਰਥਿਕ ਨਿਆਂ ਮਿਲੇਗਾ, ਭਾਵ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਦੀ ਆਰਥਿਕ ਲੁੱਟ ਖਸੁੱਟ ਨਹੀਂ ਕਰ ਸਕੇਗਾ। ਇੱਕ ਵਿਅਕਤੀ ਦਾ ਰੁਜ਼ਗਾਰ, ਇੱਕ ਵਿਅਕਤੀ ਦਾ ਜੋ ਜੀਵਨ ਨਿਰਵਾਹ ਹੈ, ਕਿਸੇ ਦੂਸਰੇ ਵਿਅਕਤੀ ਦੀ ਮਰਜ਼ੀ 'ਤੇ ਨਿਰਭਰ ਨਹੀਂ ਕਰੇਗਾ। ਤੀਸਰਾ ਹੈ ਰਾਜਨੀਤਿਕ ਨਿਆਂ। ਸਾਰੇ ਲੋਕਾਂ ਨੂੰ ਆਪਣੇ ਰਾਜਨੀਤਿਕ ਵਿਚਾਰ ਰੱਖਣ ਦਾ ਹੱਕ ਹੋਵੇਗਾ। ਸਾਰੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਵੋਟ ਪਾਉਣ ਦਾ ਹੱਕ ਹੋਵੇਗਾ।
ਸਾਰੇ ਲੋਕਾਂ ਨੂੰ ਚੋਣ ਲੜਨ ਦਾ ਹੱਕ ਹੋਵੇਗਾ। ਸਾਰੇ ਲੋਕਾਂ ਦਾ ਜੋ ਰਾਜਨੀਤਿਕ ਪੱਧਰ ਹੈ, ਸਾਰੇ ਲੋਕਾਂ ਦਾ ਜੋ ਰਾਜਨੀਤਿਕ ਵੈਲਿਊ ਹੈ, ਉਹ ਆਪਸ ਦੇ ਵਿੱਚ ਬਰਾਬਰ ਹੋਵੇਗੀ। ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਇਹ 3 ਤਰ੍ਹਾਂ ਦਾ ਨਿਆਂ ਦੇਣ ਦਾ ਵਾਅਦਾ ਪ੍ਰਸਤਾਵਨਾ ਸਾਡੇ ਨਾਲ ਕਰਦੀ ਹੈ। ਦੂਸਰਾ ਉਦੇਸ਼ ਜੋ ਸਾਨੂੰ ਪਤਾ ਲੱਗਦਾ ਹੈ ਪ੍ਰਸਤਾਵਨਾ ਤੋਂ, ਉਹ ਹੈ ਸੁਤੰਤਰਤਾ। ਭਾਰਤੀ ਸੰਵਿਧਾਨ ਦਾ ਉਦੇਸ਼ ਸੁਤੰਤਰਤਾ ਪ੍ਰਦਾਨ ਕਰਨਾ ਹੈ, ਕਿਉਂਕਿ ਸੁਤੰਤਰਤਾ ਤੋਂ ਬਿਨਾਂ ਕੋਈ ਵੀ ਵਿਅਕਤੀ ਆਪਣੇ ਵਿਅਕਤੀਤਵ ਦਾ ਪੂਰਨ ਵਿਕਾਸ ਨਹੀਂ ਕਰ ਸਕਦਾ। ਸੁਤੰਤਰਤਾ ਨਾਲ ਹੀ ਕਿਸੇ ਵਿਅਕਤੀ ਦਾ, ਕਿਸੇ ਮਨੁੱਖ ਦਾ ਪੂਰਨ ਮਨੁੱਖੀ ਵਿਕਾਸ ਹੋ ਸਕਦਾ ਹੈ। 3 ਤਰ੍ਹਾਂ ਦੀਆਂ ਸੁਤੰਤਰਤਾਵਾਂ ਦੇਣ ਦਾ ਵਾਅਦਾ ਪ੍ਰਸਤਾਵਨਾ ਕਰਦੀ ਹੈ। ਸਭ ਤੋਂ ਪਹਿਲਾਂ ਵਿਚਾਰ ਰੱਖਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ। ਦੂਸਰਾ, ਧਰਮ ਅਤੇ ਵਿਸ਼ਵਾਸ ਦੀ ਸੁਤੰਤਰਤਾ। ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਧਰਮ ਬਦਲ ਸਕਦਾ ਹੈ, ਇੱਕ ਧਰਮ ਤੋਂ ਦੂਸਰੇ ਧਰਮ 'ਚ ਜਾ ਸਕਦਾ ਹੈ, ਸਾਰੇ ਧਰਮਾਂ ਨੂੰ ਮੰਨ ਸਕਦਾ ਹੈ ਜਾਂ ਸਾਰੇ ਧਰਮਾਂ ਨੂੰ ਛੱਡ ਸਕਦਾ ਹੈ। ਕੋਈ ਧਾਰਮਿਕ ਵਿਸ਼ਵਾਸ ਕਿਸੇ ਵਿਅਕਤੀ 'ਤੇ ਸਰਕਾਰ ਦੁਆਰਾ ਜਾਂ ਕਿਸੇ ਧਿਰ ਦੁਆਰਾ ਥੋਪੇ ਨਹੀਂ ਜਾ ਸਕਦੇ। ਤੇ ਤੀਸਰੀ ਸੁਤੰਤਰਤਾ ਦਾ ਵਾਅਦਾ ਕਰਦੀ ਹੈ ਪ੍ਰਸਤਾਵਨਾ ਪੂਜਾ ਦੀ ਸੁਤੰਤਰਤਾ, ਕਿ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਆਪਣੇ ਧਾਰਮਿਕ ਰਹੁ-ਰੀਤਾਂ ਅਨੁਸਾਰ ਪਾਠ ਪੂਜਾ ਕਰਨ ਦੀ ਸੁਤੰਤਰਤਾ ਹੋਵੇਗੀ। ਰਾਜਨੀਤਿਕ ਪ੍ਰਣਾਲੀ ਦੇ ਉਦੇਸ਼ਾਂ ਸੰਬੰਧੀ ਅਗਲੀ ਜੋ ਝਲਕ ਸਾਨੂੰ ਮਿਲਦੀ ਹੈ ਉਹ ਹੈ ਸਮਾਨਤਾ। ਸਾਡੀ ਪ੍ਰਸਤਾਵਨਾ ਸਾਡੇ ਨਾਗਰਿਕਾਂ ਨੂੰ, ਸਾਰੇ ਨਾਗਰਿਕਾਂ ਨੂੰ ਸਮਾਨਤਾ ਦੇਣ ਦਾ ਵਾਅਦਾ ਕਰਦੀ ਹੈ। ਸੰਵਿਧਾਨ ਦੇ ਅਧੀਨ ਕਿਸ ਤਰ੍ਹਾਂ ਦੀ ਸਮਾਨਤਾ ਦਾ ਵਾਅਦਾ ਕਰਦੀ ਹੈ? ਸਭ ਤੋਂ ਪਹਿਲਾਂ ਹੈ ਰੁਤਬੇ ਦੀ ਸਮਾਨਤਾ, ਇਕੁਐਲਿਟੀ ਆਫ ਸਟੇਟਸ। ਭਾਵ ਨਵੇਂ ਸੰਵਿਧਾਨ ਦੇ ਅਧੀਨ ਲੋਕਾਂ ਦਾ ਰੰਗ ਜਾਂ ਜਾਤੀ ਦੇ ਆਧਾਰ 'ਤੇ ਜਾਂ ਜੈਂਡਰ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਹੋਵੇਗਾ, ਕੋਈ ਉੱਚਾ ਨੀਵਾਂ ਨਹੀਂ ਹੋਵੇਗਾ। ਸੰਵਿਧਾਨ ਲਈ ਸਾਰੇ ਲੋਕ ਨੇ ਜੋ ਉਹ ਸਮਾਨ ਹੋਣਗੇ, ਕਾਨੂੰਨ ਦੀ ਨਜ਼ਰ ਵਿੱਚ ਸਾਰੇ ਲੋਕ ਸਮਾਨ ਹੋਣਗੇ। ਤੇ ਦੂਸਰੀ ਸਮਾਨਤਾ ਦੇਣ ਦਾ ਵਾਅਦਾ ਕਰਦੀ ਹੈ ਪ੍ਰਸਤਾਵਨਾ ਅਵਸਰਾਂ ਦੀ ਸਮਾਨਤਾ, ਮੌਕਿਆਂ ਦੀ ਸਮਾਨਤਾ, ਇਕੁਐਲਿਟੀ ਆਫ ਅਪੋਰਚੁਨਿਟੀਜ਼। ਇਸ ਦਾ ਭਾਵ ਹੈ ਕਿ ਸਾਰੇ ਲੋਕਾਂ ਨੂੰ ਆਪਣਾ ਪੂਰਨ ਮਨੁੱਖੀ ਵਿਕਾਸ ਕਰਨ ਲਈ ਐਜੂਕੇਸ਼ਨ ਲੈਣ ਸਮਾਨ ਮੌਕੇ ਪ੍ਰਦਾਨ ਕਰਵਾਏ ਜਾਣਗੇ। ਸਰਕਾਰੀ ਨੌਕਰੀਆਂ ਦੀ ਪ੍ਰਾਪਤੀ ਲਈ, ਸਰਕਾਰੀ ਪਦਵੀਆਂ ਦੀ ਪ੍ਰਾਪਤੀ ਲਈ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਮੌਕਿਆਂ ਦੀ ਸਮਾਨਤਾ ਹੋਵੇਗੀ। ਪ੍ਰਸਤਾਵਨਾ ਵਾਅਦਾ ਕਰਦੀ ਹੈ ਕਿ ਨਵੇਂ ਸੰਵਿਧਾਨ ਦੇ ਅਧੀਨ ਭਾਰਤੀ ਲੋਕਾਂ ਵਿੱਚ ਭਰਾਤਰੀ ਭਾਵ ਦਾ ਵਿਕਾਸ ਕੀਤਾ ਜਾਵੇਗਾ, ਕਿਉਂਕਿ ਖੇਤਰਵਾਦ, ਸੰਪਰਦਾਇਕਤਾ ਅਤੇ ਭਾਸ਼ਾਵਾਦ ਵਰਗੀਆਂ ਸੌੜੀਆਂ ਭਾਵਨਾਵਾਂ ਨੇ ਜੋ ਉਹਨਾਂ ਕਰਕੇ ਭਾਰਤ ਵਿੱਚ ਭਰਾਤਰੀ ਭਾਵ ਨੂੰ ਬਹੁਤ ਧੱਕਾ ਲੱਗਿਆ ਸੀ। ਤੇ ਅੱਗੇ ਪ੍ਰਸਤਾਵਨਾ ਵਾਅਦਾ ਕਰਦੀ ਹੈ ਕਿ ਵਿਅਕਤੀਗਤ ਗੌਰਵ ਭਾਰਤੀ ਲੋਕਾਂ ਵਿੱਚ ਕਾਇਮ ਕੀਤਾ ਜਾਵੇਗਾ, ਕਿਉਂਕਿ ਲੰਬੇ ਸਮੇਂ ਦੀ ਗੁਲਾਮੀ ਤੋਂ ਬਾਅਦ ਭਾਰਤੀ ਲੋਕਾਂ ਦੇ ਵਿਅਕਤੀਗਤ ਗੌਰਵ ਨੂੰ ਗਹਿਰੀ ਸੱਟ ਵੱਜੀ ਸੀ। 6ਵਾਂ ਪ੍ਰਸਤਾਵਨਾ ਵਾਅਦਾ ਕਰਦੀ ਹੈ ਕਿ ਭਾਰਤੀ ਰਾਜਨੀਤਿਕ ਪ੍ਰਣਾਲੀ ਦਾ ਉਦੇਸ਼ ਹੋਵੇਗਾ ਕਿ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ ਜਾਵੇ। ਚੌਥੇ ਨੰਬਰ ਤੇ ਸਾਨੂੰ ਪਤਾ ਲੱਗਦਾ ਹੈ ਪ੍ਰਸਤਾਵਨਾ ਤੋਂ ਕਿ ਸੰਵਿਧਾਨ ਨੂੰ ਕਦੋਂ ਗ੍ਰਹਿਣ ਕੀਤਾ, ਕਿਸ ਨੇ ਗ੍ਰਹਿਣ ਕੀਤਾ। ਪ੍ਰਸਤਾਵਨਾ ਦੇ ਜੋ ਆਖਰੀ ਸ਼ਬਦ ਨੇ ਉਹਨਾਂ ਵਿੱਚ ਲਿਖਿਆ ਗਿਆ ਕਿ ਅਸੀਂ ਭਾਰਤ ਦੇ ਲੋਕ ਅੱਜ 26 ਨਵੰਬਰ 1949 ਨੂੰ ਸੰਵਿਧਾਨ ਨੂੰ ਗ੍ਰਹਿਣ ਕਰਦੇ ਹਾਂ, ਅਧਿਨਿਯਮਿਤ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਕਿ ਭਾਰਤੀ ਲੋਕਾਂ ਨੇ ਸੰਵਿਧਾਨ ਨੂੰ ਗ੍ਰਹਿਣ ਕੀਤਾ ਹੈ, 26 ਨਵੰਬਰ 1949 ਨੂੰ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸਾਡਾ ਸੰਵਿਧਾਨ ਬਾਰੇ ਕਿਹਾ ਜਾਂਦਾ ਹੈ ਕਿ 26 ਜਨਵਰੀ 1950 ਨੂੰ ਲਾਗੂ ਹੋਇਆ, ਪਰੰਤੂ ਸੰਵਿਧਾਨ ਬਣ ਕੇ ਫਾਈਨਲ 26 ਨਵੰਬਰ 1949 ਨੂੰ ਹੋ ਗਿਆ ਸੀ। ਇਸ ਲਈ 26 ਨਵੰਬਰ ਨੂੰ ਸਾਡੇ ਦੇਸ਼ ਵਿੱਚ ਸੰਵਿਧਾਨ ਦਿਵਸ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਸੰਵਿਧਾਨ ਦੀਆਂ 16 ਧਾਰਾਵਾਂ ਉਸੇ ਦਿਨ ਹੀ ਲਾਗੂ ਹੋ ਗਈਆਂ ਸੀ 26 ਨਵੰਬਰ 1949 ਨੂੰ। ਬਾਕੀ ਦੀਆਂ ਜੋ ਧਾਰਾਵਾਂ ਨੇ, ਬਾਕੀ ਦਾ ਹਿੱਸਾ ਜੋ ਹੈ ਜੋ ਸੰਵਿਧਾਨ ਦਾ, ਉਹ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਇਸ ਤਰ੍ਹਾਂ ਸਾਡੇ ਸੰਵਿਧਾਨ ਦੀ ਜੋ ਪ੍ਰਸਤਾਵਨਾ ਹੈ ਉਸ ਤੋਂ ਸਾਨੂੰ ਸਾਡੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦਾ ਪਤਾ ਲੱਗਦਾ ਹੈ। ਇਹ 4 ਮੁੱਖ ਵਿਸ਼ੇਸ਼ਤਾਵਾਂ ਨੇ। ਸਭ ਤੋਂ ਪਹਿਲਾਂ ਸੰਵਿਧਾਨਕ ਸ਼ਕਤੀ ਦਾ ਸੋਮਾ ਕੌਣ ਹੈ? ਲੋਕ ਹਨ। ਦੂਸਰਾ, ਭਾਰਤੀ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਕਿਹੋ ਜਿਹਾ ਹੋਵੇਗਾ? ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਐਂਡ ਰਿਪਬਲਿਕ। ਤੀਸਰਾ, ਸੰਵਿਧਾਨ ਦੇ ਉਦੇਸ਼ ਕੀ ਹੋਣਗੇ? ਉਦੇਸ਼ ਹੋਣਗੇ ਨਿਆਂ ਪ੍ਰਾਪਤ ਕਰਨਾ, ਸਮਾਨਤਾ ਪ੍ਰਾਪਤ ਕਰਨਾ, ਭਰਾਤਰੀ ਭਾਵ ਪੈਦਾ ਕਰਨਾ, ਭਾਈਚਾਰਾ ਪੈਦਾ ਕਰਨਾ। ਇਹ ਸੰਵਿਧਾਨ ਦੇ ਉਦੇਸ਼ ਹੋਣਗੇ। ਅਤੇ ਚੌਥਾ, ਸੰਵਿਧਾਨ ਨੂੰ ਗ੍ਰਹਿਣ ਕੀਤੇ ਜਾਣ ਦੀ ਮਿਤੀ ਕਿਹੜੀ ਹੈ? ਸੰਵਿਧਾਨ ਨੂੰ ਗ੍ਰਹਿਣ ਕੀਤੇ ਜਾਣ ਦੀ ਮਿਤੀ ਪ੍ਰਸਤਾਵਨਾ ਅਨੁਸਾਰ 26 ਨਵੰਬਰ 1949 ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।